ਹੋਰ ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਦੀ ਆਪਸ਼ਨ ਪ੍ਰੈਸ ਕਰੋ। 2016 ਚ ਅਗਨ ਪੇਂਟ ਹੋਏ ਪਾਵਨ ਸਰੂਪਾਂ ਦਾ ਪਛਤਾਪ ਨਾ ਕਰਨ ਦਾ ਸਾਰਾ ਗਲਬਾ ਡਿੱਗਾ ਉਸ ਵੇਲੇ ਐਸਜੀਪੀਸੀ ਪ੍ਰਧਾਨ ਮਰਹੂਮ ਅਵਤਾਰ ਸਿੰਘ ਮੱਕੜ ਤੇ। ਉਸ ਵੇਲੇ ਦੇ ਸਾਰੇ ਅਹੁਦੇਦਾਰਾਂ ਨੇ ਇਹ ਕਹਿ ਕੇ ਪੱਲਾ ਝਾੜਿਆ ਕਿ ਉਹਨਾਂ ਦਾ ਪ੍ਰਧਾਨ ਨੂੰ ਕਿਹਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੌਜੂਦਾ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਵੀ ਮੰਗੀ ਮਾਫੀ ਅਤੇ ਲਗਵਾਈ ਧਾਰਮਿਕ ਸਜ਼ਾ। ਸਾਲ 2016 ਚ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋਏ ਪਾਵਨ ਸਰੂਪਾਂ ਬਾਰੇ ਪਛਤਾਪ ਨਾ ਕਰਨ ਦੀ ਮਾਫੀ ਮੰਗਣ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਅਹੁਦੇਦਾਰਾਂ ਨੇ ਪਛਤਾਪ ਨਾ ਕਰਨ ਦਾ ਸਾਰਾ ਕਸੂਰ ਉਸ ਵੇਲੇ ਦੇ ਪ੍ਰਧਾਨ ਰਹਿਮ ਮਰਹੂਮ ਅਵਤਾਰ ਸਿੰਘ ਮੱਕੜ ਦਾ ਕੱਢਿਆ। ਜਦੋਂ ਇਹਨਾਂ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੁੱਛਿਆ ਤਾਂ ਇਹਨਾਂ ਸਾਰਿਆਂ ਨੇ ਇਹੀ ਜਵਾਬ ਦਿੱਤਾ ਕਿ ਉਹਨਾਂ ਨੇ ਉਸ ਵੇਲੇ ਪ੍ਰਧਾਨ ਨੂੰ ਕਿਹਾ ਸੀ ਕਿ ਇਹ ਪਛਤਾਪ ਕਰਨਾ ਜ਼ਰੂਰੀ ਹੈ। ਉਸ ਵੇਲੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਬਿਰਕ ਅਤੇ ਉਸ ਵੇਲੇ ਅੰਤਰਿਕ ਕਮੇਟੀ ਦੇ ਮੈਂਬਰਾਂ ਨੇ ਵੀ ਇਹੀ ਜਵਾਬ ਦਿੱਤਾ। ਲਿਹਾਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਛਤਾਪ ਨਾ ਕਰਨ ਦੀ ਸਜ਼ਾ 'ਚ ਜ਼ਾਹਿਰ ਤੌਰ ਤੇ ਕੁਝ ਰਾਹਤ ਮਿਲੀ ਹੋਵੇਗੀ। ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ। ਪੰਜ ਸਿੰਘ ਸਾਹਿਬਾਨ ਵੱਲੋਂ जो तनख्वाह नियत की गई है ਤੁਹਾਨੂੰ ਸੁਣਾਈ ਜਾਂਦੀ ਹੈ। ਇੱਕ ਸਹਿਜ ਪਾਠ ਆਪ ਕਰਨਾ ਹੈ। ਜਿਹੜੇ ਆਪ ਪਾਠ ਕਰਨ ਦੀ ਸਮਰੱਥਾ ਨਹੀਂ ਰੱਖਦੇ ਉਹਨਾਂ ਨੇ ਪਾਠ ਆਪਣੇ ਘਰ ਦੇ ਵਿੱਚ ਗ੍ਰੰਥੀ ਸਿੰਘ ਪਾਸੋਂ ਪ੍ਰਾਰੰਭ ਕਰਵਾ ਕੇ ਵੱਧ ਤੋਂ ਵੱਧ ਸੁਣਨਾ ਮਨਜ਼ੂਰ ਹੈ। 1 ਮਹੀਨੇ ਦੇ ਅੰਦਰ ਤੇ ਜੇ ਆਪ ਪਾਠ ਕਰਨਾ ਹੈ 2 ਮਹੀਨੇ ਵੀ ਲੱਗ ਜਾਣਗੇ ਤੇ ਕੋਈ ਗੱਲ ਨਹੀਂ ਜੇ ਆਪ ਕਰਨਾ ਤਾਂ। ਦੂਸਰਾ, ਜਿੰਨਾ ਚਿਰ ਸਹਿਜ ਪਾਠ ਚੱਲੇਗਾ ਤੁਸੀਂ ਆਪ ਕਰੋ, ਪਾਠੀ ਸਿੰਘ ਤੋਂ ਰਖਵਾ ਕੇ ਸੁਣੋ। ਉਹਨਾਂ ਚਿਰ ਨੇੜਲੇ ਗੁਰਦੁਆਰੇ ਦੇ ਵਿੱਚ ਜਾ ਕੇ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨੀ ਹੈ, ਮਨਜ਼ੂਰ ਹੈ। ਤੇ ਤੀਸਰਾ, 1 ਸਾਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਕੋਈ ਵੀ ਜਿਹੜਾ ਅਹੁਦਾ ਜਿਹੜਾ ਹੈ ਉਹ ਪ੍ਰਾਪਤ ਨਹੀਂ ਕਰੋ। 1 ਸਾਲ, ਅੱਜ ਤੋਂ 1 ਸਾਲ ਕੋਈ ਵੀ ਅਹੁਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਾਪਤ ਨਹੀਂ ਕਰੋਗੇ। ਜਿਹੜੀਆਂ ਜਾਇਦਾਦ ਸਬ ਕਮੇਟੀਆਂ ਉਹਨਾਂ ਦੇ ਵਿੱਚ ਕਾਰਜਸ਼ੀਲ ਰਹੋਗੇ, ਲੇਕਿਨ ਹੋਰ ਕਿਸੇ ਵਿਸ਼ੇਸ਼ ਸਬ ਕਮੇਟੀ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਦੀ ਹੈ ਉਹਦੇ ਵਿੱਚ ਸ਼ਾਮਲ ਨਹੀਂ ਹੋਗੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਇਸ ਹੁਕਮ ਦੀ ਜਿਹੜੀ ਹੈ ਉਹ ਪਾਲਣਾ ਕਰਵਾਵੇ, ਮਨਜ਼ੂਰ ਹੈ। ਮੱਥਾ ਟੇਕੋ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਫਿਰ ਬੈਠ ਸਕਦੇ ਹੋ, ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆਈ ਹੈ ਕਿ ਅੰਤਰੰਗ ਕਮੇਟੀ ਦੇ ਮੈਂਬਰ ਜਿਹੜੇ ਅਸੀਂ ਬਣਦੇ ਹਾਂ ਔਰ ਹਰ ਸਾਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਸਾਲਾਨਾ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਮੈਂਬਰ ਜਿਹੜਾ ਹੈ ਉਹ ਐਗਜ਼ੈਕਟਿਵ ਦੇ ਵਿੱਚ ਆਉਣ ਲਈ ਜਾਂ ਅਹੁਦੇਦਾਰੀਆਂ ਲੈਣ ਲਈ ਯਤਨ ਕਰਦਾ ਹੈ। ਤੇ ਜੇ ਅਧਿਕਾਰ ਹੀ ਕੋਈ ਨਹੀਂ ਹੈ ਕਿਸੇ ਐਗਜ਼ੈਕਟਿਵ ਦੇ ਮੈਂਬਰ ਨੂੰ ਤੇ ਫਿਰ ਇਹ ਭੱਜਣਾ ਵੀ ਕਿਉਂ ਕੀਤੀ ਜਾਂਦੀ? ਕੀ ਇਹ ਗਲਤੀ ਨਹੀਂ ਹੈ ਕਿ ਅਸੀਂ ਪਤਾ ਕਰਦੇ, ਮਹੀਨੇ ਬਾਅਦ ਪਤਾ ਕਰਦੇ, 2 ਮਹੀਨੇ ਬਾਅਦ ਪਤਾ ਕਰਦੇ ਕਿ ਪਛਤਾਪ ਦਾ ਅਖੰਡ ਪਾਠ ਸਾਹਿਬ ਹੋਇਆ ਨਹੀਂ ਹੋਇਆ, ਪਛਤਾਪ ਕੀਤਾ ਨਹੀਂ ਕੀਤਾ, ਕਰਨਾ ਚਾਹੀਦਾ ਸੀ ਕਿ ਇਸ ਲਈ ਯਤਨ ਕੀਤਾ? ਕੋਈ 15 ਦਿਨਾਂ ਬਾਅਦ, ਮਹੀਨੇ ਬਾਅਦ, 2 ਮਹੀਨੇ ਬਾਅਦ, ਉਸ ਤੋਂ ਬਾਅਦ ਸਾਲ ਰਹੇ ਹੋ ਤੁਸੀਂ, 1 ਸਾਲ ਦੇ ਦੌਰਾਨ ਪਤਾ ਕੀਤਾ ਕਿ ਪਛਤਾਪ ਨਹੀਂ ਹੋਇਆ? ਕੀ ਇਹ ਗਲਤੀ ਨਹੀਂ ਹੈ ਐਗਜ਼ੈਕਟਿਵ? ਤੁਸੀਂ ਸਾਰੇ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਇਸ ਗੱਲ ਨੂੰ ਕਬੂਲ ਕਰਦੇ ਹੋ ਕਿ ਇਹ ਗਲਤੀ ਹੈ? ਬਜ਼ਰ ਸਾਰੇ ਕਹੋ ਕਿ ਬਜ਼ਰ ਗਲਤੀ ਹੈ ਇਹ। और संगत वाली मुंह करके एक बार कहो, सारे संगत वाली मुंह करके कहो कि पश्चाताप ना कराना ये बजर गलती है कमेटी की। इस संबंध 2016 ਚ ਅੰਤਰੰਗ ਕਮੇਟੀ ਮੈਂਬਰ ਕਰਨੈਲ ਸਿੰਘ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਇਹੀ ਕਿਹਾ
ਕਿ ਸਾਰਿਆਂ ਨੇ ਉਸ ਵੇਲੇ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪਛਤਾਪ ਲਈ ਕਿਹਾ ਸੀ, ਪਰ ਉਹਨਾਂ ਨਹੀਂ ਸੁਣੀ। ਹੁਣ ਮਸਲਾ ਇਹ ਵੀ ਹੈ ਕਿ ਉਸ ਵੇਲੇ ਕਿੰਨੇ ਪਾਵਨ ਸਰੂਪ ਅਗਨ ਭੇਂਟ ਹੋਏ ਸਨ। ਇਸ ਬਾਰੇ ਕਰਨੈਲ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਹੋ ਰਹੀ ਹੈ ਅਤੇ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਦੇਖੋ 2016 ਦੇ ਵਿੱਚ ਰਾਮਸਰ ਸਾਹਿਬ ਦੇ ਅਸਥਾਨ ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਛਪਾਈ ਹੁੰਦੀ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਬਿਜਲੀ ਦੇ ਸਰਕਟ ਕਰਕੇ ਅਗਨ ਭੇਟ ਹੋ ਗਏ ਸਨ। ਉਹਨਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਹਦਾ ਪਛਤਾਪ ਕਰਦੀ ਤੇ ਅਫਸੋਸ ਦਾ ਇਜ਼ਹਾਰ ਕਰਦੀ। ਉਹਦੇ ਲਈ ਇੱਕ ਮਰਿਆਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕਰਾਏ ਜਾਂਦੇ, ਕੀਰਤਨ ਹੁੰਦੇ, ਭੋਗ ਪਾਏ ਜਾਂਦੇ, ਸੰਗਤ ਇਕੱਤਰ ਹੁੰਦੀ, ਅਰਦਾਸ ਕੀਤੀ ਜਾਂਦੀ। ਲੇਕਿਨ ਉਸ ਸਮੇਂ ਦੇ ਪ੍ਰਧਾਨ ਜਿਹੜੇ ਸਨ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਸਾਹਿਬ, ਉਹਨਾਂ ਨੂੰ ਸਾਰੀ ਐਗਜ਼ੈਕਟਿਵ ਨੇ ਕਿਹਾ ਵੀ ਸੀ ਕਿ ਜੀ ਇਹਦਾ ਪਛਤਾਪ ਕਰਨਾ ਚਾਹੀਦਾ। ਮੱਕੜ ਸਾਹਿਬ ਨੇ ਕਹਿ ਦਿੱਤਾ ਵੀ ਕਰਵਾਵਾਂਗੇ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕਰਵਾਇਆ ਨਾ। ਮੁੜ ਕੇ ਉਹ ਪ੍ਰਧਾਨਗੀ ਤੋਂ ਲੈ ਗਏ ਤੇ ਨਵੇਂ ਪ੍ਰਧਾਨ ਬਣ ਗਏ। ਗੱਲ ਉਹਨਾਂ ਨੇ ਉੱਥੇ ਠੱਪ ਕਰ ਦਿੱਤੀ ਤੇ ਉਹਦੇ ਸੰਬੰਧੀ ਸਿੱਖ ਸੰਗਤ ਵਿੱਚ ਗੁੱਸਾ ਅਤੇ ਰੋਹ ਸੀ। ਸ਼੍ਰੀ ਅਕਾਲ ਤਖਤ ਸਾਹਿਬ ਨੇ ਉਦੋਂ ਦੀ ਸਾਰੀ ਐਗਜ਼ੈਕਟਿਵ ਨੂੰ ਤਲਬ ਕੀਤਾ। ਅੱਜ ਤਲਬ ਕਰਕੇ ਉਹਨਾਂ ਨੇ ਤਨਖਾਹ ਲਾਈ ਕਿ 1 ਮਹੀਨਾ ਦੇ ਅੰਦਰ ਅੰਦਰ ਤੁਸੀਂ, ਇਹ ਗੱਲ ਵੱਖਰੀ ਹੈ ਕਿ ਤੁਸੀਂ 1 ਹਫ਼ਤੇ 'ਚ ਸਹਿਜ ਪਾਠ ਕਰ ਲਓ, ਮਹੀਨੇ 'ਚ ਕਰ ਲਓ, 15 ਦਿਨ 'ਚ ਕਰ ਲਓ, ਤੁਸੀਂ ਇੱਕ ਸਹਿਜ ਪਾਠ ਆਪ ਕਰਨਾ। ਤੇ ਜਿੰਨਾ ਚਿਰ ਸਹਿਜ ਪਾਠ ਤੁਸੀਂ ਕਰੋਗੇ, ਨੇੜੇ ਦੇ ਕਿਸੇ ਗੁਰਦੁਆਰੇ 'ਚ ਤੁਸੀਂ ਘੰਟਾ, ਅੱਧਾ ਘੰਟਾ, ਜਿੰਨਾ ਕੁ ਸਮਾਂ ਤੁਹਾਡੇ ਕੋਲ ਹੋ ਸਕੇ, ਤੁਸੀਂ ਉਹ ਜਾ ਕੇ ਆਪਣਾ ਉੱਥੇ ਸੇਵਾ ਵੀ ਕਰਨੀ ਹੈ। ਇਹ ਤਨਖਾਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲਾਈ ਗਈ ਹੈ, ਜਿਸ ਨੂੰ ਸਾਰਿਆਂ ਨੇ ਮਤਲਬ ਖਿੜੇ ਮੱਥੇ ਪ੍ਰਵਾਨ ਕੀਤਾ। ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਅਥਾਰਟੀ ਨੇ, ਉਹਨਾਂ ਦਾ ਹੁਕਮ ਜਿਹੜਾ ਉਹ ਰੱਬੀ ਹੁਕਮ ਹੈ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ, ਸਥਾਪਨਾ ਕੀਤੀ ਹੈ। ਉਹਨਾਂ ਦਾ ਹੁਕਮ 5 ਸਿੰਘ ਸਾਹਿਬਾਨ ਦਾ ਉਹ ਸਿਰ ਮੱਥੇ ਪ੍ਰਵਾਨ ਲੱਗਦਾ ਜੇ ਉਸ ਤੋਂ ਬਾਅਦ ਨਵੇਂ ਪ੍ਰਧਾਨ ਆਏ ਸਨ ਮੱਕੜ ਜੀ ਤੋਂ ਬਾਅਦ, ਉਹਨਾਂ ਨੂੰ ਵੀ ਐਸਾ ਪਛਤਾਪ ਦੇ ਪਾਠ ਕਰਵਾਉਣੇ ਚਾਹੀਦੇ ਸਨ। ਦੇਖੋ ਜੇ ਉਹ ਕਰਵਾ ਲੈਂਦੇ ਤਾਂ ਸ਼ਾਇਦ ਅੱਜ ਮਤਲਬ ਕਿਸੇ ਨੂੰ ਵੀ ਤਲਬ ਕਰਨ ਦੀ ਲੋੜ ਨਾ ਪੈਂਦੀ। ਐਸਜੀਪੀਸੀ ਵੱਲੋਂ ਇਹ ਕਿਹਾ ਗਿਆ ਸੀ ਕਿ 5 ਸਰੂਪ ਜਿਹੜੇ ਉੱਥੇ ਅਗਨ ਭੇਟ ਦੌਰਾਨ ਪਾਣੀ ਨਾਲ ਖਰਾਬ ਹੋਏ ਸਨ, ਜਦਕਿ ਫਰਵਰੀ ਮਹੀਨੇ ਵਿੱਚ 80 ਸਰੂਪਾਂ ਦਾ ਖਰਚਾ ਪਾਇਆ ਜਾ ਰਿਹਾ ਹੈ। ਜੂਨ ਮਹੀਨੇ ਪ੍ਰੈਸ ਕਾਨਫਰੰਸ ਕਰਕੇ ਦੇਖੋ ਇਹ ਤਾਂ ਪੜਤਾਲ ਦਾ ਹਿੱਸਾ ਹੈ, ਪੜਤਾਲ ਹੋ ਰਹੀ ਹੈ। ਇਹਦੇ ਸੰਬੰਧੀ ਵਿੱਚ ਬਈ ਕਿੰਨੇ ਸਰੂਪ ਜਿਹੜੇ ਉੱਥੇ ਅਗਨ ਭੇਟ ਹੋਏ, ਕਿੰਨੇ ਮਤਲਬ ਸਰੂਪ ਜਿਹੜੇ ਨੇ ਕਮਲਜੀਤ ਸਿੰਘ ਉਹਨਾਂ ਨੇ ਅੱਗੇ ਦਿੱਤੇ ਨੇ, ਇਹ ਤਾਂ ਪੜਤਾਲ ਹੋ ਰਹੀ ਹੈ। ਜਿੱਦਣ ਪੜਤਾਲ ਸਾਹਮਣੇ ਆ ਗਈ ਆਪੇ ਪਤਾ ਲੱਗ ਜਾਊਗਾ। ਸੰਗਤ ਮੰਗ ਕਰੀ ਕਿ ਜਨਤਕ ਕੀਤੀ ਨਹੀਂ ਜਾਣੀ ਜਿਹਦੀ ਰਿਪੋਰਟ ਜਿਹੜੀ 1000 ਸਫੈਦ ਦੀ ਗਈ ਹੈ। ਦੇਖੋ ਜੀ, ਸੰਗਤ ਦੀ ਤਸੱਲੀ ਕਰਾਏ ਬਗੈਰ ਕੋਈ ਗੁਜ਼ਾਰਾ ਨਹੀਂ ਹੈ। ਸੰਗਤ ਦੀ ਤਸੱਲੀ ਕਰਾਉਣੀ ਚਾਹੀਦੀ ਆ, ਕਰਾਉਣੀ ਪਈ। ਸੰਗਤ ਮੰਗ ਕਰੀ ਕਿ ਫੌਜਦਾਰੀ ਕੇਸ ਹੋਣੀ ਚਾਹੀਦੀ, ਕਿਉਂਕਿ ਵੱਡੀ ਕੁਤਾਹੀ ਹੈ। ਫੌਜਦਾਰੀ ਮੁਕੱਦਮਾ ਦਰਜ ਕਰਨ ਕੀ ਇਤਰਾਜ਼ ਹੈ ਜੀ? ਜੇ ਐਡੇ ਬੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਲਿਵਿੰਗ ਗੁਰੂ ਨੇ, ਹਾਜ਼ਰ ਨਾਜ਼ਰ ਗੁਰੂ ਨੇ, ਉਹਨਾਂ ਦੇ ਮਾਨਤ ਵਿੱਚ ਖਿਆਨਤ ਹੋਈ ਤਾਂ ਮੈਂ ਸਮਝਦਾ ਵੀ ਹਰਜ ਕੀ ਹੈ ਜੀ? ਫੌਜਦਾਰੀ ਮੁਕੱਦਮਾ ਦਰਜ ਕਰਾਉਣਾ ਚਾਹੀਦਾ। ਮੰਗ ਹੋ ਰਹੀ ਹੈ ਕਿ ਪ੍ਰਧਾਨ ਜੀ ਨੈਤਿਕ ਤੌਰ ਤੇ ਅਸਤੀਫਾ ਦੇਣ ਦੀ ਜ਼ਿੰਮੇਵਾਰੀ ਲੈਂਦੇ। ਦੇਖੋ, ਜਿਸ ਬੰਦੇ ਦਾ ਵੀ ਕਸੂਰ ਹੈ, ਪ੍ਰਧਾਨ ਨੇ ਤਾਂ ਹਾਜ਼ਰ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੱਜ ਆਪਣੀ ਗਲਤੀ ਦੀ ਖਿਮਾ ਮੰਗੀ ਹੈ ਵੀ ਜੋ ਗਲਤੀ ਸਾਡੇ ਕੋਲੋਂ ਹੋਈ ਅਸੀਂ ਉਹਦੀ ਖਿਮਾ ਮੰਗਦੇ ਹਾਂ। ਲੇਕਿਨ ਜਿਨ੍ਹਾਂ ਦਾ ਕਸੂਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਇਸੇ ਦੌਰਾਨ ਮੌਜੂਦਾ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਮੌਜੂਦਾ ਅਹੁਦੇਦਾਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਹੁਣ ਤੱਕ ਹੋਈ ਕੁਤਾਹੀ ਦੀ ਮਾਫੀ ਮੰਗੀ ਅਤੇ ਧਾਰਮਿਕ ਸਜ਼ਾ ਲਗਵਾਈ। ਕੋਰੋਨਾ ਅਤੇ ਹੋਰ ਖਬਰਾਂ ਦਾ ਤਾਜ਼ਾ ਅਪਡੇਟ ਲੈਣ ਵਾਸਤੇ ਲੋਕਰਾਜ ਟੀਵੀ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਦੀ ਆਪਸ਼ਨ ਪ੍ਰੈਸ ਕਰੋ।